हलका दाखा पिंड रकबा जिला लुधियाना दे असीं रहण वाले हाँ कि इन्हां ने साडे एरिए 'च बहुत धक्केशाही कीती आ। बूथ कैप्चरिंग कीती आ, जिन्हां नूं धक्के नाल बिहार नालों भी ज़्यादा कब्जा करन वाला काम करिया। जनता दे विच बहुत उत्साह ते जनता सरकार दीआं नीतियां तो पूरी तरह तंग ते परेशान हो चुकी है। जो इन्होंने झूठे वादे किए सी वो पूरे नहीं करे। हर पासे तराई मची हुई है। सरदार सुखबीर सिंह जी बादल, श्रोमणी अकाली दल, श्रोमणी अकाली दल, सरदार प्रकाश सिंह जी बादल। आज ट्रिब्यून के अखबार ने पूरा एक सफा लिखा है अंग्रेजी ट्रिब्यून कहते कि जित के भी कांग्रेसी जश्न नहीं कर रहे क्योंकि उन्हें पता है कि ठगी ना जितती है। मैं सारे वर्करां नूं कहना हुण तां जंग शुरू हो गई यार, सीधी गल है। हुण तां 2 साल पर टिकना नहीं, जो तक अपना राज नहीं पंजाब चाहुंदा उदों तक टिकना नहीं। 7 तरीक नूं पटियाले रैली है, घर दे कोले रैली है ते श्रोमणी अकाली दल दे बहादुर सूत्रा दिखा दिया थोड़ा जलवा। मैनूं लगदा पिंड 'च कोई बंदा रहना या कोई वर्कर रहना 100 का श्रोमणी अकाली दल दिखा दिया उन्होंने राजे नूं ਉਹਦਾ ਕਿਲਾ ਹਿਲਾ ਲਾਂਗੇ ਅਸੀਂ। ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਨਾਲ ਉਹਦਾ ਕਿਲਾ ਹਿਲਾ ਲਾਂਗੇ। ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मैं तो पहले बोलते सारे ही बुलारिया ने आ जिहड़ा इलेक्शन होया इहदे बारे जिक्र किया कि किवें पहली बार हिंदुस्तान के इतिहास विच, पंजाब के इतिहास विच किवें लोकतंत्र का घान किया है सरकार ने। तुहानूं दस्सिया जिवें इन्हां ने कागज रद्द किए, बूथ कैप्चरिंग की, वोटां कट्टियां, कागज दाखिल नहीं होण दिते, इत्थों भी लंघ गया। तुसीं देखो, मैं पूरे पंजाब च मैं अपने अपने लीडरां तो पुछया सी, तकरीबन 150-200 उम्मीदवार ऐजे जिहड़े जित गए सी। लिस्ट लगी सी, जित गए ते 15 मिनट बाद कहता हार गए। इलेक्शन नहीं सी। आ मैं तुहानूं एक फोटो दिखाउणा। आ फोटो है हलका घनौर दी, जिथे घनौर का SHO नाल खड़े रिजल्ट के बाद, नाल कांग्रेस का उम्मीदवार ते नाल उहदे नाल खड़े सने हॉल का जिहड़ा SHO है विक्ट्री साइन कर रहा है। घनौर का पुलिस स्टेशन गंदिया खेरी हल्का घनौर है प्रेम सिंह SHO है,
ਉਮੀਦਵਾਰ ਦਾ ਰਿਜ਼ਲਟ ਆਇਆ, ਨਾਲ ਖੜ ਕੇ ਇਹ ਫੋਟੋ ਖਿਚਾ ਰਿਹਾ ਕਿ ਜਿੱਤ ਹੋਈ ਆਪਣੀ। ਵਾਹ ਵਾਹ। ਅੱਜ ਜਿੱਤ ਕਾਂਗਰਸੀਆਂ ਦੀ ਨਹੀਂ, ਪੰਜਾਬ ਪੁਲਿਸ ਦੀ ਹੈ। ਮੈਨੂੰ ਲੱਗਦਾ ਅਗਲੀ ਵਾਰ ਇਲੈਕਸ਼ਨ ਕਮਿਸ਼ਨ ਦੀ ਪੋਸਟ ਹੀ ਰੱਦ ਕਰ ਦੇਣੀ ਚਾਹੀਦੀ ਹੈ। ਡੀਜੀਪੀ ਨੂੰ ਪੰਜਾਬ ਇਲੈਕਸ਼ਨ ਕਮਿਸ਼ਨ ਦਾ ਚੇਅਰਮੈਨ ਬਣਾ ਦੇਣਾ ਚਾਹੀਦਾ। ਸਾਡੇ ਮੁਕਤਸਰ 'ਚ ਤੁਸੀਂ ਹੈਰਾਨ ਰਹਿ ਜਾਓਗੇ, ਪਹਿਲੀ ਵਾਰ ਕਿਤੇ ਸੁਣਿਆ ਨਹੀਂ ਹੋਣਾ ਕਿ ਐਸਐਸਪੀ ਆਪ ਬੂਥ ਕੈਪਚਰਿੰਗ ਕਰੇ। ਮੈਂ ਉਸ ਦਿਨ ਪਿੰਡ ਸੀ, ਬਾਦਲ ਸਾਹਿਬ ਵੀ ਮੇਰੇ ਨਾਲ ਸੀ। 9:30 ਵਜੇ ਸਾਡੇ ਵਰਕਰਾਂ ਨੇ ਕਿਹਾ ਕਿ ਐਸਐਸਪੀ ਨਾਲ ਢੇਸੀ ਹੈ ਜਾਂ ਨਾ ਢੇਸੀ, ਐਸਐਸਪੀ ਨਾਲ ਆਪਣੀ ਪੁਲਿਸ ਲੈ ਕੇ, ਕਾਂਗਰਸ ਦੇ ਗੁੰਡੇ ਲੈ ਕੇ ਆਪ ਬੂਥਾਂ 'ਚ ਕਬਜ਼ਾ ਕਰ ਰਹੇ। ਬਾਦਲ ਸਾਹਿਬ ਨੇ ਉਦੋਂ ਹੀ ਡੀਜੀਪੀ ਨੂੰ ਗੱਲ ਕੀਤੀ, ਆਈਜੀ ਨੂੰ ਗੱਲ ਕੀਤੀ, 10 ਵਾਰ ਗੱਲ ਕੀਤੀ। ਉਹ ਕਹਿੰਦੇ ਜੀ ਸਾਥੋਂ ਹੁਣ ਅਸੀਂ ਕੁਝ ਕਰ ਨਹੀਂ ਸਕਦੇ। ਦੇਖੋ ਡੀਜੀਪੀ ਸਰ ਕਹਿੰਦੇ ਕਰ ਨਹੀਂ ਸਕਦੇ। ਫਿਰ ਮੈਂ ਬਾਦਲ ਸਾਹਿਬ ਨੂੰ ਕਿਹਾ, ਮੈਂ ਕਿਹਾ ਜੀ ਆਪਾਂ ਹੀ ਚਾਹੁੰਦੇ ਆ। ਫਿਰ ਮੈਂ ਤੇ ਦੇਖੋ 93 ਸਾਲ ਦੀ ਉਮਰ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਡੀ 'ਚ ਬੈਠੇ, ਕਹਿੰਦੇ ਆਪਣੇ ਵਰਕਰਾਂ ਤੇ ਐਸਐਸਪੀ ਆਪ ਬੂਥ ਕੈਪਚਰਿੰਗ ਕਰਕੇ ਕਿਰਪਾਨਾਂ ਨਾਲ ਆਪਣੇ ਵਰਕਰਾਂ ਨੂੰ ਹਮਲਾ ਕਰ ਰਿਹਾ। ਬਾਦਲ ਸਾਹਿਬ ਕਹਿੰਦੇ ਮੈਥੋਂ ਰਿਹਾ ਨਹੀਂ ਜਾਂਦਾ। ਮੈਂ ਤੇ ਬਾਦਲ ਸਾਹਿਬ ਪਿੰਡੋਂ ਨਿਕਲੇ। ਜਦੋਂ ਅਸੀਂ ਐਸਐਸਪੀ ਨੂੰ ਪਤਾ ਲੱਗ ਗਿਆ, ਕਿਉਂਕਿ ਪੁਲਿਸ ਵਾਲੇ ਤੇ ਪਾਇਲਟ ਸਾਡੀ ਲੱਗੀ ਸੀ ਕਿ ਹੁਣ ਬਾਦਲ ਸਾਹਿਬ ਆਪ ਚੱਲ ਕੇ ਭੱਜ ਕੇ ਉੱਥੋਂ ਭੱਜਿਆ। ਐਸਐਸਪੀ ਸਾਹਿਬ ਐ ਨਾ ਸੋਚੋ ਤੁਸੀਂ ਐਸਐਸਪੀ ਹੋ, ਕਾਨੂੰਨ ਤੁਹਾਡੇ ਹੱਥ 'ਚ। ਜਿਹੜਾ ਦੇਸ਼ ਦਾ ਕਾਨੂੰਨ ਹੈ, ਉਹ ਕਾਨੂੰਨ ਜਿਹੜਾ ਉਹ ਆਮ ਆਦਮੀ ਵਾਸਤੇ ਤੇ ਅਫਸਰ ਵਾਸਤੇ ਇੱਕੋ ਹੀ ਹੈ। ਐ ਨਹੀਂ ਹੈ ਕਿ ਆਮ ਆਦਮੀ ਕਤਲ ਕਰਦੇ ਜੇ ਉਹਦਾ 200 302 ਲੱਗਦਾ ਤੇ ਜੇ ਅਫਸਰ ਕਤਲ ਕਰਦੇ ਤਾਂ ਕੁਝ ਨਹੀਂ ਹੁੰਦਾ। ਜੇ ਅਫਸਰ ਵੀ ਕਤਲ ਕਰਦਾ ਉਹਦੇ ਤੇ ਵੀ ਉਹੀ ਸਜ਼ਾ ਹੈ। ਜੇ ਤੁਸੀਂ ਸੋਚਦੇ ਹੋ ਕਿ ਅੱਜ ਮੈਂ ਚਮਚੀ ਮਾਰ ਲਈ ਕੈਪਟਨ ਅਮਰਿੰਦਰ ਸਿੰਘ ਨੂੰ, ਐ ਨਾ ਸਮਝੋ ਕਿ ਤੁਸੀਂ ਹੁਣ ਬਚ ਕੇ ਭੱਜੋਗੇ। ਜੈ ਜਾਂ ਗੁਨਾਹ ਐਸਐਸਪੀ ਨੇ ਕੀਤਾ ਹੈ, ਹਿੰਦੁਸਤਾਨ ਦੇ ਇਤਿਹਾਸ ਵਿੱਚ ਕਿਤੇ ਨਹੀਂ ਹੋਣਾ। ਹਿੰਦੁਸਤਾਨ 'ਚ ਨਹੀਂ ਕਿਸੇ ਸੂਬੇ ਦੇ ਐਸਐਸਪੀ ਨੇ ਬੂਥ ਕੈਪਚਰਿੰਗ ਆਪ ਨਹੀਂ ਕਰਾਈ ਹੋਣੀ ਜਿੰਨੇ ਮੁਕਤਸਰ ਦੇ ਐਸਐਸਪੀ ਨੇ ਆਪ ਅੱਗੇ ਲੱਗ ਕੇ ਬੂਥ ਕੈਪਚਰਿੰਗ ਕਰਾਈ। ਮੈਂ ਕਹਿੰਦਾ ਜਿਹੜੀ ਪੁਲ ਅਫਸਰ ਬਣਿਆ, ਮੈਂ ਕਹਿੰਦਾ ਇਹਦਾ ਐਗਜ਼ਾਮਪਲ ਬਣਾਉਣਾ ਚਾਹੀਦਾ। ਦੇਸ਼ ਦੇ ਅਦਾਲਤ ਨੇ ਨੂੰ ਬਣਾਉਣਾ ਚਾਹੀਦਾ ਕਿ ਜਿਹੜਾ ਅਫਸਰ ਹੀ ਕਾਨੂੰਨ ਤੋੜਨ ਲੱਗ ਜੇ ਤੇ ਐ ਗੁੰਡਾਗਰਦੀ ਕਰੇ ਜਿਵੇਂ ਕੋਈ ਵੱਡਾ ਗੁੰਡਾ ਹੁੰਦਾ, ਕੱਲੇ ਚਮਚੀ ਮਾਰਨ ਵਾਸਤੇ, ਕਿਉਂਕਿ ਉਹਦੇ ਭਰਾ ਨੂੰ ਮੁੱਖ ਮੰਤਰੀ ਦਾ ਓਐਸਡੀ ਹੈ। ਇਸ ਕਰਕੇ ਮੈਂ ਕਿਹਾ ਐਸਐਸਪੀ ਸਾਹਿਬ ਹੁਣ ਮਿੱਠਾ ਖਾਣਾ ਬੰਦ ਕਰ ਦਿਓ 2 ਸਾਲ, ਕਿਉਂਕਿ ਉਹਦੇ ਬਾਅਦ ਬਹੁਤ ਜ਼ਿਆਦਾ ਤੁਹਾਨੂੰ ਜਲੇਬੀਆਂ ਲੱਡੂ ਮਿਲਣਗੇ। ਫਿਰ ਸ਼ੁਕਰ ਨਾ ਹੋ ਜਾਏ ਤੁਹਾਨੂੰ। ਔਨ ਸਾਰ ਐਸਐਸਪੀ ਸਾਹਿਬ ਜੋ ਗੁਨਾਹ ਕੀਤਾ ਤੁਸੀਂ, ਜੋ ਕਾਨੂੰਨ ਤੋੜਿਆ ਤੁਸੀਂ, ਪੰਜਾਬ ਦੀ ਜਨਤਾ ਨੂੰ ਇਨਸਾਫ ਮਿਲੂਗਾ ਹੀ ਮਿਲੂਗਾ। ਮੁਕਤਸਰ ਦੀ ਜਨਤਾ ਨੂੰ ਇਨਸਾਫ ਮਿਲੂਗਾ ਹੀ ਮਿਲੂਗਾ ਜੋ ਕਾਨੂੰਨ ਤੁਸੀਂ ਤੋੜਿਆ। ਮੈਂ ਤਾਂ ਹੈਰਾਨ ਹਾਂ, ਇੱਥੇ ਐਸਐਚਓ ਆਪਣੇ ਆਪ ਫੋਟੋ ਖਿਚਾਉਂਦੇ ਆ ਜਿੱਤ ਕੇ। ਅੱਜ ਸਰਕਾਰ ਨਾਮ ਦੀ ਕੋਈ ਚੀਜ਼ ਹੈ ਪੰਜਾਬ 'ਚ? ਸਰਕਾਰ ਹੀ ਹੈ ਨਹੀਂ। ਅੱਜ ਕਿਤੇ ਮੁੱਖ ਮੰਤਰੀ ਦਿਖਿਆ? ਨਾ ਪੰਜਾਬ ਦਾ ਮੁੱਖ ਮੰਤਰੀ ਦਿਖਦਾ, ਨਾ ਮੰਤਰੀ ਦਿਖਦੇ ਆ। ਅਫਸਰਸ਼ਾਹੀ ਦਾ ਰਾਜ ਹੈ, ਕੋਈ ਪਰਵਾਹ ਨਹੀਂ, ਕੋਈ ਫਿਕਰ ਨਹੀਂ। ਤੁਸੀਂ ਜਿਉਂਦੇ ਹੋ ਮਰਦੇ ਹੋ, ਤੁਹਾਡਾ ਮੀਂਹ ਪੈ ਗਿਆ, ਗੜੇ ਪੈ ਗਏ, ਫਸਲ ਖਰਾਬ ਹੋ ਗਈ, ਕਿਸੇ ਨੂੰ ਕੋਈ ਫਿਕਰ ਨਹੀਂ। ਮੁੱਖ ਮੰਤਰੀ ਨੂੰ ਫਿਕਰ ਹੀ ਨਹੀਂ ਕੋਈ। ਨਾ ਕੋਈ ਐਮਐਲਏ ਵਰਕਰ ਕੋਈ ਮੁੱਖ ਮੰਤਰੀ ਨੂੰ ਮਿਲ ਸਕਦਾ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਸੀ। ਮੈਨੂੰ ਲੱਗਦਾ ਕੋਈ ਪਿੰਡ ਨਹੀਂ, ਕੋਈ ਸ਼ਹਿਰ ਨਹੀਂ ਜਿੱਥੇ ਉਹ ਆਪ ਨਹੀਂ ਆਏ। ਤੁਹਾਡੇ
अपने पिंडां च आए संगत दर्शन थोड़े कीता किन्ने वर्गी तुसी देख लो किन्ने करोड़ां रुपये थोड़े हल्के च आए जिन्ना मैं मनप्रीत याली जी मैं बधाई देना चाहना मैं कहना साढ़े 117 विधायक है पर मैं कह सकता जिस एक विधायक ने नमूने का काम किया अपने हल्के च मैं कहना 1 नंबर का गोल्ड मैडल मनप्रीत याली ने कई चीज़ां सानू सीखण तो मिलियां मनप्रीत याली तो छप्पड़ किवें साफ करने हैं देख लो अब पंजाब में छप्पड़ किवें साफ करने हैं मनप्रीत याली ने शुरुआत की फिर असी अपने अफसर भेजे मनप्रीत याली नूं देख के आओ उत्थे किवें उन्हें स्कीम बनाई है ਉਹਦੇ ਨਾਲ ਅਸੀਂ ਘੱਟ ਘੱਟ 1000-2000 ਛੱਪੜ ਸਾਫ਼ ਕੀਤੇ ਹੁਣ ਪੂਰੇ ਇੰਡੀਆ ਦੇਸ਼ ਦਾ ਐਕਟ ਲਾਗੂ ਹੋ ਗਿਆ ਤੁਸੀਂ ਤਾਂ ਤੁਹਾਨੂੰ ਮਾਣ ਹੋਣਾ ਚਾਹੀਦਾ ਤੁਹਾਡੇ ਸੇਵਾ ਦਾ ਇੰਨਾ ਲਾਇਕ ਤੇ ਕਾਬਿਲ ਹੈ ਨੌਜਵਾਨਾਂ ਵਾਸਤੇ ਓਪਨ ਜਿਮ ਬਣਾਉਣੇ ਪਿੰਡਾਂ 'ਚ ਸਟੇਡੀਅਮ ਬਣਾਉਣੇ ਗਰਾਊਂਡ ਬਣਾਉਣੇ ਮੈਂ ਕਹਿੰਦਾ ਜਿਹੜਾ ਜਿਹਾ ਕੰਮ ਤੁਹਾਡੇ ਹੋਇਆ ਹਲਕੇ 'ਚ मेरे जलालाबाद भी नहीं हुए ना लंबी भी थोनू कोई तकलीफ हुंदी थोनू कोई तकलीफ हुंदी थोड़ी बाह फड़न वास्ते खड़े सी मैनू तो काफी दुख लगे जो रिजल्ट आया मैनू उम्मीद सी भावें सारा पंजाब हार जाए मनप्रीत याली नहीं हार सकता क्योंकि वो जिन्ना प्यार इन्होंने दिता अपने हल्के जिन्नी सेवा की 2 साल हो गए 2 साल च किते एक इट नहीं लगी पंजाब की किट च थोड़े पिंडां च कोई आई है ग्रांट आई है नहीं जी नहीं एक इट नहीं तो मैं तुहानू अज लिख के दे देना अगले 3 साल नहीं होंदी एक किट लगदी कोई चिंता भी ना करियो सरकार तुसी बना देनी है मैनू पता है फिर तो ट्रालियां लेके आवांगे नोटां दी एक हल्के छड़ दे दिया करांगे तुसी जानते हो तुसी जानते हो कि बादल साहब ते सरदार सुखबीर सिंह बादल ने जो जबान दे दी पूरी की जे असी पंजाब की जनता नूं कहा बिजली आमो आम कर देंगे असी पिछे नहीं हटे 40-50 हज़ार करोड़ ला के थर्मल प्लांट ला दिया बिजली आमो आम है अच्छा हुण की कर रहे हैं आ जिहड़े बिजली के कट है ना आ कर की रही है पंजाब सरकार क्योंकि इन्होंने 7-8 हज़ार करोड़ रुपया सबसिडी देनी है बिजली महकमे नूं जिहड़े असी दिंदे हुंदे सी कैप्टन क्योंकि उन्होंने पता ही नहीं की हो रहा लुटी जाते हैं वो सबसिडी दे नहीं रहे बिजली महकमे नूं कह दिता कि पंजाब बिजली के कट ला लो तो बाहर बिजली भेज दो हुण बिजली बाहर बेची जाते हैं थोनू नहीं दे रहे बिजली बाहर भेज के उत्ते पैसा कमाउण लगे है आ तो सूबे का हाल है जे मैं थोनू वादा किया कि सड़कों का जाल ऐसा बिछा देंगे तुसी हैरान रह के देखोगे देखो कह जी सड़क बन गई तो कोई बनी जाती आ सारिया सड़क भावें लुधियाने तो चंडीगढ़ है भावें लुधियाने तो फाजिलका है भावें चंडीगढ़ तो बठिंडा बठिंडे तो अमृतसर है जलंधर तो सारिया जिन्नियां 4 लेन है सारिया ही बादल साहब के राज असी मंजूर करा के असी काम शुरू करा के असी शुरू किया जे असी पिंडा में सेवा केंद्र खोले थोड़े मतलब कोई सेवा केंद्र का सरकार नूं पैसे कमाउण दा नहीं काम है मतलब है सहूलत देण दा मैं हैरान रह गया मनप्रीत सिंह बादल का बयान असैंबली कहता जी जिहड़े सेवा केंद्र असीं बनाए हैं पिंडां च श्रोमणी अकाली दल की सरकार ने वो घाटा पै रहा सरकार नूं मैं क्या फिर तू सड़क ही ना बना फिर तेन 20,000 करोड़ बच जाया करूंगा फिर पिंड गलियां ही ना बना तू फिर पैसा उत्थे बच जाया करूंगा आटा दाल ना दे पैसा उत्थे बच जाया करूंगा शगन भी बंद कर दे
ਸਾਡਾ ਮਤਲਬ ਕੀ ਸੀ? ਤੁਹਾਡੇ ਪਿੰਡਾਂ 'ਚ ਸੇਵਾ ਕੇਂਦਰ ਖੁੱਲ ਜਾਣ, ਤੁਹਾਨੂੰ ਸਰਕਾਰੀ ਦਫ਼ਤਰ ਡੀਸੀ ਦਫ਼ਤਰ ਜਾਣ ਦੀ ਲੋੜ ਨਾ ਪਏ, ਤੁਹਾਡੇ ਪਿੰਡਾਂ 'ਚ ਹੀ ਕੰਮ ਹੋ ਜਾਣ। ਸਾਰੇ ਬੰਦ ਪਏ, ਮੈਨੂੰ ਬੜਾ ਦੁੱਖ ਹੁੰਦਾ ਹੈ। ਕੋਈ ਗੱਲ ਨਹੀਂ, 3 ਸਾਲ ਬਾਅਦ ਸਾਰੇ ਫਿਰ ਤੋਂ ਚੱਲਣਗੇ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿੰਦਾਬਾਦ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿੰਦਾਬਾਦ। ਤੁਸੀਂ ਗੱਲ ਦੇਖੋ, ਤੁਸੀਂ ਗੱਲ ਦੇਖੋ, ਬਾਦਲ ਸਾਹਿਬ ਦੇ ਰਾਜ ਵਿੱਚ ਹਰ ਰੋਜ਼ ਤੁਸੀਂ ਕੋਈ ਨਾ ਕੋਈ ਨਵੀਂ ਸਕੀਮ ਅਸੀਂ ਲੈ ਕੇ ਆਉਂਦੇ ਤੁਹਾਡੇ ਵਾਸਤੇ। ਕਿਤੇ ਤੁਹਾਡੇ ਵਾਸਤੇ ਸਾਈਕਲ ਲੜਕੀਆਂ ਨੂੰ ਵੰਡੇ ਜਾ ਰਹੇ, ਕਿਤੇ ਆਟਾ ਦਾਲ ਵੰਡਿਆ ਜਾ ਰਿਹਾ, ਕਿਤੇ ਸ਼ਗਨ ਵੰਡਿਆ ਜਾ ਰਿਹਾ, ਕਿਤੇ ਜਿਮ ਖੇਡਾਂ ਦਾ ਸਮਾਨ ਤੁਹਾਨੂੰ ਵੰਡ ਰਹੇ ਹੈ, ਕਿਤੇ ਵਰਲਡ ਕੱਪ ਕਬੱਡੀ ਕਰਾ ਰਹੇ ਹੈ। ਇਹ ਜੀ ਚੀਜ਼ਾਂ ਹੁਣ ਜਮਾਂ ਹੀ ਨਹੀਂ ਕਿਤੇ ਗਵਾਰ ਚ ਆਉਂਦੀਆਂ ਨਹੀਂ। ਵਰਲਡ ਕੱਪ ਕਬੱਡੀ ਕਹਿੰਦੇ ਕਿਉਂ ਨਹੀਂ ਕਰਾ ਰਹੇ? ਮੈਂ ਪੁੱਛਿਆ, ਕਹਿੰਦੇ ਜੀ ਆ ਤਾਂ ਸੁਖਬੀਰ ਬਾਦਲ ਨੇ ਸ਼ੁਰੂ ਕੀਤਾ ਹੈ। ਆ ਵਰਲਡ ਕੱਪ ਮੇਰਾ ਥੋੜੀ ਹੈ, ਪੰਜਾਬ ਕਬੱਡੀ ਪੰਜਾਬ ਦੇ ਨੌਜਵਾਨਾਂ ਦੀ ਖੇਡ ਹੈ, ਮੇਰੀ ਖੇਡ ਨਹੀਂ ਹੈ। ਇਹਨਾਂ ਦੀ ਸੋਚ ਇੰਨੀ ਛੋਟੀ ਹੈ। ਆ ਤਾਂ ਦੱਸਾਂ ਕਿ ਇਹ ਪੈਰ ਥੱਲੇ ਬਟੇਰਾ ਆ ਗਿਆ, ਸਰਕਾਰ ਬਣਾ ਗਏ, ਹੁਣ ਕਹਿੰਦੇ ਆ ਕੀ ਕੈਪਟਨ ਨੇ ਤਾਂ ਕਹਿੰਦਾ ਮੇਰੇ ਖੀਰ ਲੈ ਐਸ਼ ਕਰੋ। ਸਾਰੇ ਐਮਐਲਏ ਇਹਨਾਂ ਕਾਂਗਰਸੀ ਐਮਐਲਏ ਲੁੱਟਣ ਤੇ ਲੱਗੇ। ਮੈਨੂੰ ਕਈ ਐਮਐਲਏ ਮਿਲੇ ਕਾਂਗਰਸ ਦੇ, ਕਹਿੰਦੇ ਜੀ ਅਸੀਂ ਤਾਂ ਨਿਸ਼ਾਨਾ ਬਣਾ ਲਿਆ, ਅਸੀਂ ਤਾਂ ਆਪਣੀ ਗਰੀਬੀ ਦੂਰ ਕਰਨੀ ਹੈ, ਸਾਨੂੰ ਪਤਾ ਅਗਲੇ 20 ਸਾਲ ਸਾਡੀ ਸਰਕਾਰ ਨਹੀਂ ਹੋਣੀ, 21-3 ਸਾਲ 'ਚ ਇਕੱਠਾ ਕਰ ਲਓ ਮਾਲ। ਅੱਜ ਜਿਹੜੀ ਸਭ ਤੋਂ ਖਤਰਨਾਕ ਗੱਲ ਆ ਸਰਕਾਰ ਕਰਨ ਲੱਗੀ ਹੈ, ਤੁਸੀਂ ਯਾਦ ਕਰੋ ਉਹ ਦਿਨ 30 ਸਾਲ ਪਹਿਲੇ ਜਦੋਂ ਤੁਸੀਂ ਆ ਇਲਾਕੇ ਤੁਸੀਂ ਆਪ ਤੁਹਾਨੂੰ ਪਤਾ ਹੈ, ਜਦੋਂ ਤੁਸੀਂ ਰਾਤ ਨੂੰ ਘਰੋਂ ਬਾਹਰ ਨਹੀਂ ਨਿਕਲ ਸਕਦੇ ਸੀ, ਉਦੋਂ ਡਰ ਲੱਗਦਾ ਸੀ ਕੋਈ ਗੋਲੀ ਮਾਰੂਗਾ, ਕੋਈ ਕਿਡਨੈਪ ਕਰਕੇ ਲਾਊਗਾ, ਰਾਤ ਨੂੰ ਦਰਵਾਜ਼ੇ ਬੰਦ ਹੋ ਜਾਂਦੇ ਸੀ। ਉਹ 15 ਸਾਲ ਦਾ ਮਾਹੌਲ ਅੱਜ ਉਹੀ ਮਾਹੌਲ ਵਾਪਸ ਲਿਆਉਣਾ ਚਾਹੁੰਦੀ ਹੈ ਕਾਂਗਰਸ। ਉਹ ਲੋਕਾਂ ਨਾਲ ਰਲ ਕੇ ਬੜੀ ਔਖੀ ਤਰੀਕੇ ਨਾਲ ਆਪਾਂ ਅਮਨ ਸ਼ਾਂਤੀ ਪੰਜਾਬ 'ਚ ਆਉਂਦੀ ਹੈ, ਤਰੱਕੀ ਲਿਆਉਂਦੀ ਹੈ। ਹੁਣ ਆ ਕਾਂਗਰਸ ਆਪਣੇ ਆਪ ਨੂੰ ਸਿੱਖ ਕੌਮ ਦਾ ਠੇਕੇਦਾਰ ਸਮਝਣ ਲੱਗੀ। ਉਹ ਕਾਂਗਰਸ ਜਿਹਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਏ, ਸਭ ਤੋਂ ਵੱਡੀ ਬੇਅਦਬੀ, ਇਹ ਤੋਂ ਵੱਧ ਵੱਡੀ ਬੇਅਦਬੀ ਕੀ ਹੋ ਸਕਦੀ ਹੈ? ਉੱਥੇ ਹਜ਼ਾਰਾਂ ਗੁਰੂ ਮਹਾਰਾਜ ਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸੀ ਉੱਥੇ, ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਕਾਂਗਰਸ ਦੇ ਹੁਕਮ ਤੇ। ਉਹ ਤੋਂ ਵੱਡੀ ਬੇਅਦਬੀ ਕੀ ਹੋ ਸਕਦੀ? ਆ ਮੈਨੂੰ ਯਾਦ ਆ ਦੇਖੋ ਨਾ, ਆ ਨਾ ਕਾਂਗਰਸ ਦੀ ਸੋਚ ਦੱਸੋ। ਆ ਅਖਬਾਰ, ਆ ਜਿਹੜਾ ਜਾਖੜ ਬੜਾ ਬਿਆਨ ਦਿੰਦਾ ਹੈ, ਆ ਜਾਖੜ ਦਾ ਬਾਪ ਜੋ 84 ਦੇ ਵਿੱਚ ਹਜ਼ਾਰਾਂ ਭੈਣ ਭਰਾਵਾਂ ਦਾ ਕਤਲੇਆਮ ਕਾਂਗਰਸ ਦੀ ਗਾਂਧੀ ਪਰਿਵਾਰ ਨੇ ਕੀਤਾ, ਜਾਖੜ ਦਾ ਇਹਦਾ ਬਾਪ ਬਲਰਾਮ ਜਾਖੜ ਸਪੀਕਰ ਸੀ। ਉਹਨੇ ਉਸ ਦਿਨ ਉੱਥੋਂ ਦੇ ਅਖਬਾਰ 'ਚ ਬਿਆਨ ਦਿੱਤਾ। ਆ ਬਲਰਾਮ ਜਾਖੜ ਦਾ ਬਿਆਨ ਹੈ ਕਿ ਜੇ ਸਾਨੂੰ ਭਾਰਤ ਦੀ ਅਖੰਡਤਾ ਲਈ 2 ਕਰੋੜ ਸਿੱਖਾਂ ਨੂੰ ਮਾਰਨਾ ਵੀ ਪਿਆ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ। ਆ ਕਾਂਗਰਸੀ ਕਹਿੰਦੇ ਆ। ਨਾਲ ਜਿਹੜਾ ਇਹਨਾਂ ਦਾ, ਜਦੋਂ ਮੈਨੂੰ ਯਾਦ ਹੈ ਪੰਜਾਬ ਦੀ ਅਸੈਂਬਲੀ ਵਿੱਚ ਸਾਡਾ ਸੈਸ਼ਨ ਚੱਲ ਰਿਹਾ ਸੀ, ਉਹੀ ਦਿਨ ਸੈਸ਼ਨ ਸੀ ਜਦੋਂ 84 ਦੇ ਕਤਲੇਆਮ ਦਿੱਲੀ ਹੋਏ। ਮੈਂ ਖੜਾ ਹੋਇਆ, ਮੈਂ ਕਿਹਾ ਜੀ ਸਪੀਕਰ ਸਾਹਿਬ, ਮੇਰਾ ਸਪੀਕਰ ਸਾਹਿਬ ਬੈਠੇ ਹੀ ਹੈ, ਅਸੀਂ ਕਿਹਾ 84 ਦਾ ਕਤਲੇਆਮ ਹੋਇਆ, ਅੱਜ ਦੇ ਦਿਨ 25 ਸਾਲ ਪਹਿਲੇ। ਮੈਂ ਸਾਰੀ ਅਸੈਂਬਲੀ ਨੂੰ ਬੇਨਤੀ ਕਰਦਾ ਆਪਾਂ 2 ਮਿੰਟ ਦਾ ਮੌਨ ਧਾਰਨ ਕਰੀਏ, ਉਸ ਦਿਨ ਵਾਸਤੇ ਸ਼ਰਧਾ ਦੇ ਫੁੱਲ ਭੇਟ ਕਰੀਏ। ਉਦੋਂ ਹੀ ਜਾਖੜ ਖੜਾ ਹੋ ਗਿਆ, ਆ ਨਹੀਂ ਹੋ ਸਕਦਾ ਜੀ। ਇੰਨੀ ਵੱਡੀ ਚਮਚੀ ਤੇ ਰਿਕਾਰਡ ਹੈ, ਅਸੈਂਬਲੀ ਦਾ ਰਿਕਾਰਡ ਹੈ ਕਿ ਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਐਮਐਲਏ ਖੜੇ ਹੋ ਕੇ ਉਹਨਾਂ ਨੇ ਸ਼ਰਧਾਂਜਲੀ ਭੇਟ ਕੀਤੀ, ਕਾਂਗਰਸੀਆਂ ਨੇ ਬਾਈਕਾਟ ਕੀਤਾ। ਇੱਧਰ ਆ ਦੇਖ ਲਓ ਸੁੱਖੀ ਰੰਧਾਵਾ, ਜਿਹੜਾ ਆਪਣੇ ਆਪ ਨੂੰ ਇੱਧਰ ਮੰਤਰੀ ਹੈ, ਇਹਦੇ ਬਜ਼ੁਰਗ ਨੇ ਕੀ ਕਿਹਾ? ਮੈਂ ਜਦੋਂ 84 ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਹਮਲਾ ਹੋਇਆ, ਸੁੱਖੀ ਰੰਧਾਵੇ ਦਾ
ਪਿਤਾ ਜੀ ਸੰਤੋਖ ਸਿੰਘ ਰੰਧਾਵਾ, ਉਹਨੇ ਕਿਹਾ ਮੈਂ ਇੰਦਰਾ ਗਾਂਧੀ ਦੇ ਅਕਾਲ ਤਖਤ ਸਾਹਿਬ ਤੇ ਹਮਲੇ ਦਾ ਸਵਾਗਤ ਕਰਦਾ ਹਾਂ, ਤੇ ਹੁਣ ਸਿੱਖੀ ਦੇ ਪਹਿਰੇਦਾਰ ਬੰਦੇ। ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਹੈ। ਆ ਕੋਈ ਸੁਖਬੀਰ ਸਿੰਘ ਬਾਦਲ ਦੀ ਜਾਂ ਹੋਰ ਕਿਸੇ ਦੀ ਜਾਇਦਾਦ ਨਹੀਂ। ਅੱਜ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਦਾਸ ਨੂੰ ਮੌਕਾ ਦਿੱਤਾ ਸੇਵਾ ਕਰਦਾ, ਮੇਰੇ ਬਾਅਦ ਹੋਰ ਪ੍ਰਧਾਨ ਹੋਊਗਾ, ਉਹਦੇ ਬਾਅਦ ਹੋਰ ਹੋਊਗਾ। 97 ਸਾਲ ਪੁਰਾਣੀ ਪਾਰਟੀ ਹੈ, ਇਸ ਸਾਲ 98 ਸਾਲ ਹੋ ਜਾਣਗੇ, 2 ਸਾਲ ਬਾਅਦ 100 ਸਾਲ ਪੁਰਾਣੀ ਪਾਰਟੀ ਹੈ। ਤੁਹਾਡੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਸਿੱਜੀ ਪਾਰਟੀ ਹੈ, ਤੁਹਾਡੀ ਪਾਰਟੀ ਹੈ, ਤੁਹਾਡੀ ਮਾਂ ਪਾਰਟੀ ਹੈ। ਆ ਜਿਹੜੀ ਕਾਂਗਰਸ ਦੀ ਸੋਚ ਰਹਿੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾ, ਕਿਵੇਂ? ਝੂਠ ਬੋਲ ਕੇ, ਡਰਾਮੇ ਕਰਕੇ, ਗੁੰਮਰਾਹ ਕਰਕੇ। ਜਿੰਨੀ ਵੀ ਕੋਸ਼ਿਸ਼ ਕਰਦੇ ਹੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਦਬਾਉਣ ਦੀ, ਓਨੀ ਤਾਕਤ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇਕੱਠੇ ਹੁੰਦੇ ਆ। ਤੁਸੀਂ ਕੈਪਟਨ ਸਾਹਿਬ, ਤੁਸੀਂ ਕੱਲ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਇਲੈਕਸ਼ਨ ਧੱਕੇ ਨਾਲ ਜਿੱਤ ਕੇ ਆਏ ਹੋ। ਕੱਲ ਹੀ ਰਿਜ਼ਲਟ ਆਇਆ ਹੈ, ਆਹ ਦੇਖੋ ਤੇ ਦੂਜਾ ਆਪਣਾ ਇਕੱਠ ਦੇਖੋ। ਉੱਥੇ 200 ਬੰਦਾ ਖੁਸ਼ੀ ਨਹੀਂ ਮਨਾ ਰਿਹਾ, ਤੁਸੀਂ ਹਰਾਤਾ ਸ਼੍ਰੋਮਣੀ ਅਕਾਲੀ ਦਲ ਦੇ ਧੱਕੇ ਨਾਲ, ਤੇ ਆਹ ਦੇਖੋ ਹਜ਼ਾਰਾਂ ਦੇ ਲੋਕ ਜਕਾਰੇ ਛੱਡਦੇ ਬੈਠੇ ਇੱਥੇ। ਆਹ ਫਰਕ ਹੈ। ਅੱਜ ਅਖਬਾਰ ਲਿਖ ਲਿਆ, ਅੱਜ ਟ੍ਰਿਬਿਊਨ ਦੇ ਅਖਬਾਰ ਨੇ ਪੂਰਾ ਇੱਕ ਸਫਾ ਲਿਖਿਆ ਅੰਗਰੇਜ਼ੀ ਟ੍ਰਿਬਿਊਨ 'ਚ, ਕਹਿੰਦੇ ਕਿ ਜਿੱਤ ਕੇ ਵੀ ਕਾਂਗਰਸੀ ਜਸ਼ਨ ਨਹੀਂ ਕਰ ਰਹੇ ਕਿਉਂਕਿ ਉਹਨੂੰ ਪਤਾ ਕਿ ਠੱਗੀ ਨਾ ਜਿੱਤੇ ਆ। ਤੇ ਉਹ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਾਰ ਕੇ ਵੀ ਜਕਾਰੇ ਛੱਡੀ ਜਾਂਦੇ ਆ। ਕੈਪਟਨ ਨੇ ਕਿਹਾ ਸੀ ਕਿ 7 ਤਰੀਕ ਨੂੰ ਜਦੋਂ ਅਸੀਂ ਅਬੋਹਰ ਦੀ ਰੈਲੀ ਕੀਤੀ, ਫਰੀਦਕੋਟ ਦੀ ਰੈਲੀ ਕੀਤੀ, ਕੈਪਟਨ ਕਹਿੰਦਾ ਉਸ ਲੰਬੀ ਆਵਾਂਗੇ। ਮੈਂ ਕਿਹਾ ਕੋਈ ਨਹੀਂ ਕੈਪਟਨ, ਜਦੋਂ ਲੰਬੀ ਆਏਗਾ ਉਸੇ ਦਿਨ ਮੈਂ ਪਟਿਆਲੇ ਆਉਂਗਾ। ਉਹਨਾਂ ਨੇ 7 ਤਰੀਕ ਰੱਖ ਲਈ ਤੇ ਅਸੀਂ ਵੀ 7 ਤਰੀਕ ਰੱਖ ਲਈ ਪਟਿਆਲੇ। ਮੈਂ ਸਾਰੇ ਵਰਕਰਾਂ ਨੂੰ ਕਹਿੰਦਾ ਹੁਣ ਤਾਂ ਜੰਗ ਸ਼ੁਰੂ ਹੋ ਗਈ ਯਾਰ, ਸਿੱਧੀ ਗੱਲ ਹੈ। ਹੁਣ ਤਾਂ 2 ਸਾਲ ਆਪਾਂ ਟਿਕਣਾ ਨਹੀਂ, ਜਦੋਂ ਤੱਕ ਆਪਣਾ ਰਾਜ ਨਹੀਂ ਪੰਜਾਬ ਚਾਹੁੰਦਾ ਉਦੋਂ ਤੱਕ ਟਿਕਣਾ ਨਹੀਂ। ਕੋਈ ਡਰ ਦੀ ਲੋੜ ਨਹੀਂ, ਕੋਈ ਡਰ ਦੀ ਲੋੜ ਨਹੀਂ। ਜਿੰਨੇ ਝੂਠੇ ਪਰਚੇ ਬਣਾਉਣਗੇ ਸਾਰੀਆਂ ਪਰਚੀਆਂ ਬਣਾ ਦੂੰਗਾ, ਮੈਂ ਤੁਹਾਨੂੰ ਵਾਅਦਾ ਕਰਦਾ। ਤੇ ਮੈਂ ਸਾਰੇ ਆਪਣੇ ਲੀਡਰ ਬੈਠੇ ਆ, ਸਾਰਿਆਂ ਨੂੰ ਕਹਿਣਾ ਚਾਹਣਾ, ਜਿਹੜੇ ਜਿਹੜੇ ਕੇਸ ਵਰਕਰ ਦੇ ਕੀਤੇ ਆ ਤੁਸੀਂ ਲੜਨੇ ਆ, ਵਰਕਰ ਨੇ ਨਹੀਂ ਲੜਨਾ ਕੇਸ, ਤੁਸੀਂ ਲੀਡਰਾਂ ਨੇ ਲੜਨੇ ਇਹਨਾਂ ਦੇ ਕੇਸ। ਜੋ ਵਕੀਲ ਦਾ ਖਰਚਾ ਜੋ ਕਰਨਾ ਅਕਾਲੀ ਦਲ ਪਾਰਟੀ ਕਰੂਗੀ, ਤੁਸੀਂ ਕਿਸੇ ਵਰਕਰ ਨੂੰ 1 ਰੁਪਿਆ ਨਹੀਂ ਲੱਗਣਾ ਚਾਹੀਦਾ। ਤੇ ਇਸ ਕਰਕੇ ਬੇਨਤੀ ਕਰਦਾ, ਮੈਂ ਬੇਨਤੀ ਕਰਦਾ 7 ਤਰੀਕ ਨੂੰ ਪਟਿਆਲੇ ਰੈਲੀ ਹੈ, ਇਹਦੇ ਘਰ ਦੇ ਕੋਲੇ ਰੈਲੀ ਹੈ, ਤੇ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮਿਆਂ ਦਿਖਾ ਦਿਓ ਤੁਹਾਡਾ ਜਲਵਾ। ਮੈਨੂੰ ਲੱਗਦਾ ਪਿੰਡ 'ਚ ਕੋਈ ਬੰਦਾ ਰਹਿ ਨਾ ਯਾਰ, ਕੋਈ ਵਰਕਰ ਰਹਿ ਨਾ, 100 ਸ਼੍ਰੋਮਣੀ ਅਕਾਲੀ ਦਲ ਦੀ। ਆਪਾਂ ਸਾਰਿਆਂ ਨੇ, ਕੋਈ ਕਿਹਦੇ ਕੋਲੇ ਮੋਟਰਸਾਈਕਲ ਹੈ, ਸਾਈਕਲ ਹੈ, ਗੱਡਾ ਹੈ, ਘੋੜਾ ਹੈ, ਚੜ ਜਿਓ ਉਹਨਾਂ ਦੇ ਝੰਡੇ ਝੂਲਦੇ ਜਾਣ ਉੱਥੋਂ ਤੱਕ। ਦਿਖਾ ਦਈਏ ਉਹਨਾਂ ਨੂੰ, ਰਾਜੇ ਨੂੰ, ਉਹਦਾ ਕਿਲਾ ਹਿਲਾ ਦਾਂਗੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਨਾਲ, ਉਹਦਾ ਕਿਲਾ ਹਿਲਾ ਦਾਂਗੇ। ਨਾਲੇ ਉੱਥੇ ਜਾ ਕੇ ਉਸ ਕਿਲੇ ਹਿਲਾ ਕੇ ਇਹਨੂੰ ਜਗਾਵਾਂਗੇ ਕਿ ਕੈਪਟਨ ਅਮਰਿੰਦਰ ਸਿੰਘ, ਜਿਹੜਾ ਤੂੰ ਘਰ ਘਰ ਨੌਕਰੀ ਗਿਆ ਸੀ, ਜਿਹੜੇ ਗੁਰਕਾ ਸਾਹਿਬ ਤੇ ਸਹੁੰ ਖਾ ਕੇ ਤੂੰ ਸਹੁੰਆਂ ਖਾਧੀਆਂ ਸੀ, ਘਰ ਘਰ ਨੌਕਰੀ ਦੇਣ ਦੀ, ਸਾਰਾ ਕਰਜ਼ਾ ਮਾਫ ਕਰਨ ਦੀ, ਟੈਲੀਫੋਨ ਦੇਣ ਦੀ, ਪੈਨਸ਼ਨ 25 ਤੇ ਦੇਣ ਦੀ, ਸਾਰੇ ਵਾਅਦੇ ਤੇ ਤੋਂ ਪੂਰੇ ਕਰਾਵਾਂਗੇ ਅਸੀਂ। ਠੱਗੀ ਮਾਰ ਕੇ ਭੱਜ ਨਹੀਂ ਸਕਦਾ। ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ, ਮੈਂ ਸਾਰਿਆਂ ਦਾ ਵਰਕਰਾਂ ਦਿਲੋਂ ਧੰਨਵਾਦ ਕਰਦਾ। ਮੈਂ ਕਹਿੰਦਾ ਜਿਵੇਂ ਜੰਗ ਤੁਸੀਂ ਲੜੀ ਹੈ ਨਾ, ਕਮਾਲ ਕਰਦੀ। ਜੇ ਖਰਾ ਤਾਂ ਮੈਨੂੰ ਮੈਂ ਤਾਂ ਕਹਿੰਦਾ ਸਾਡੇ ਵਾਸਤੇ ਸਾਰੇ ਆਪਣੇ ਜਿਹੜੇ ਕੈਂਡੀਡੇਟ ਸਾਰੇ ਜਿੱਤੇ ਆ। ਬੋਲੇ ਸੋ ਨਿਹਾਲ। ਕਿਉਂਕਿ
ਧੱਕਾ ਹੀ ਇੰਨਾ ਕੀਤਾ, ਤੁਸੀਂ ਹੈਰਾਨ ਰਹਿ ਜਾਓਗੇ। ਲੰਬਾ ਐਸਐਸਪੀ ਜਿਹੜਾ ਸਾਡਾ ਮੁਕਤਸਰ ਵਾਲਾ ਹੈ, ਸਾਡਾ ਇੱਕ ਪਿੰਡ ਹੈ ਜਿੱਥੇ 900 ਵੋਟ ਹੈ, ਜਦੋਂ ਗਿਣਤੀ ਕੀਤੀ 1600 ਨਿਕਲੀ ਉਹਦੇ ਚੋਂ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿੰਦਾਬਾਦ, ਸਰਦਾਰ ਮਨਪ੍ਰੀਤ ਸਿੰਘ ਯਾਨੀ ਜਿੰਦਾਬਾਦ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਣਾ, ਆ ਤਾਂ ਸਮਝ ਲਓ ਅਸ਼ੁਗਲ ਜਿਹਾ ਖੇਲਿਆ ਕਾਂਗਰਸ ਨੇ। ਕਾਂਗਰਸੀ ਨੂੰ ਦੱਸਦੇ ਪਾਰਲੀਮੈਂਟ ਆ ਗਿਆ, ਉਦੋਂ ਕਿੱਧਰ ਜਾਓਗੇ ਜਦੋਂ ਸੈਂਟਰ ਦਾ ਇਲੈਕਸ਼ਨ ਕਮਿਸ਼ਨ ਹੋਊਗਾ। ਉਦੋਂ ਸਾਰੇ ਜਿਹੜੇ ਐਸਐਸਪੀ ਹੈ ਨਾ, ਲੱਤਾਂ ਕੰਬਣ ਲੱਗ ਜਾਂਦੀਆਂ ਜਦੋਂ ਇਲੈਕਸ਼ਨ ਕਮਿਸ਼ਨ ਉਹਨਾਂ ਨੂੰ ਫੜ ਕੇ ਅੰਦਰ ਕਰਦਾ ਹੈ। ਮੈਂ ਤੁਹਾਨੂੰ ਅੱਜ ਦੱਸਦਾ, ਮੈਂ ਸਰਵੇ ਕਰਾ ਰਿਹਾ ਸੀ, ਮੈਨੂੰ ਲੱਗਦਾ ਹੈ ਕਿ ਇਤਿਹਾਸਿਕ ਰਿਜ਼ਲਟ ਹੋਣਗੇ, 13 ਦੀਆਂ 13 ਸੀਟਾਂ ਜਿੱਤਾਂਗੇ। ਮੈਂ ਤੁਹਾਨੂੰ ਗਰੰਟੀ ਦਿੰਦਾ। ਮੈਂ ਅਖੀਰ ਵਿੱਚ ਸਾਰੇ ਵਰਕਰਾਂ ਦਾ ਧੰਨਵਾਦ ਕਰਦਾ, ਸਿਰ ਝੁਕਾ ਕੇ ਧੰਨਵਾਦ ਕਰਦਾ ਤੇ ਮਾਣ ਨਾਲ ਕਹਿ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਵਰਕਰਾਂ ਦਾ ਮੁਕਾਬਲਾ ਕੋਈ ਸੀ ਪਾਰਟੀ ਦੇ ਵਰਕਰ ਨਹੀਂ ਕਰ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਵੀ ਇਹ ਲੱਗਦਾ ਸੀ ਕਿ ਇੰਨੀ ਮੀਂਹ 'ਚ ਹੁਣ ਪ੍ਰੋਗਰਾਮ ਹੋਣਾ ਨਹੀਂ, ਮਗਰ ਇਹ ਪ੍ਰੋਗਰਾਮ ਮੇਲੇ ਦੀ ਯਾਦ ਵਿੱਚ ਇੰਨੇ ਅਟਲ ਸੀ ਗਰਾਊਂਡ 'ਚ ਕਿ ਮੈਨੂੰ ਕਹਿੰਦੇ ਭਾਜੀ ਜੋ ਮਰਜ਼ੀ ਹੋ ਜੇ ਤੁਸੀਂ ਆਉਣਾ ਜ਼ਰੂਰ ਹੈ, ਤੇ ਗੱਜ ਵੱਜ ਕੇ ਲੋਕੀ ਵੀ ਆਉਣਗੇ ਜਿੰਨੇ ਕੁ ਫਿੱਟ ਹੋ ਸਕਦੇ ਆ। ਮੈਨੂੰ ਲੱਗਦਾ ਪੈਲੇਸ ਵਾਲੇ ਨੂੰ ਵੀ ਅੱਜ ਹੋ ਗਿਆ ਹੋਣਾ ਕਿ ਪੈਲੇਸ ਤਾਂ ਮੈਂ ਛੋਟਾ ਸਮਝਦਾ ਸੀ, ਬਣ ਵੱਡਾ ਗਿਆ। ਜਿੰਨੀ ਕਪੈਸਿਟੀ ਉਹ ਸਮਝਦਾ ਸੀ ਉਹਦੇ ਨਾਲੋਂ 3 ਗੁਣਾ ਵੱਧ ਬੰਦੇ ਤੁਸੀਂ ਫਿੱਟ ਕਰਦੇ ਆ। ਇਸ ਲਈ ਤੁਹਾਡਾ ਬਹੁਤ ਬਹੁਤ ਤੁਹਾਨੂੰ ਵਧਾਈ ਹੈ। ਮੇਰੇ ਵੀਰੋ, ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਹੜੇ ਲਫ਼ਜ਼ਾਂ ਨਾਲ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵੀਰਾਂ ਦਾ, ਭੈਣਾਂ ਦਾ ਮੈਂ ਧੰਨਵਾਦ ਕਰਾਂ, ਕਿਉਂਕਿ ਏਡੀ ਵੱਡੀ ਲੜਾਈ ਤੁਸੀਂ ਲੜ ਕੇ ਆਏ ਹੋ। ਕਿਸੇ ਹੋਰ ਨੇ ਉਹ ਲੜਾਈ ਲੜਨ ਦੀ ਹਿੰਮਤ ਨਹੀਂ ਕੀਤੀ। ਜਦੋਂ ਪਤਾ ਹੋਵੇ, ਕੋਈ ਗੁੱਸਾ ਨਾ ਕਰਦੇ ਪੁਲਿਸ ਦੇ ਵੀਰ ਮੇਰੇ, ਕਈ ਅਫਸਰ ਚੰਗੇ ਬੜੇ ਹੁੰਦੇ ਆ, ਮਗਰ ਕਈ ਅਫਸਰਾਂ ਨੇ ਕਾਰਗੁਜ਼ਾਰੀ ਮਾੜੀ ਵੀ ਬੜੀ ਵਿਖਾਈ ਹੈ। ਜੇ ਕੋਈ ਕਾਨੂੰਨ ਸ਼ਾਂਤੀ ਅਮਨ ਪਸੰਦ ਬੰਦਾ ਹੋਵੇ ਤੇ ਇੱਕ ਅਧਿਕਾਰ ਹੈ ਸਾਨੂੰ, ਸਾਡੇ ਕਨਸਟੀਟਿਊਸ਼ਨ ਨੇ ਦਿੱਤਾ ਕਿ ਅਸੀਂ ਇਲੈਕਸ਼ਨ ਲੜ ਸਕਦੇ ਹਾਂ, ਅਸੀਂ ਵੋਟ ਪਾ ਸਕਦੇ ਹਾਂ, ਅਸੀਂ ਆਪਣੀ ਗੱਲ ਰੱਖ ਸਕਦੇ ਹਾਂ, ਅਸੀਂ ਆਪ ਦੀ ਇਕੱਤਰਤਾ ਕਰ ਸਕਦੇ ਹਾਂ। ਮਗਰ ਪਹਿਲੀ ਵਾਰੀ ਵੇਖਣ ਨੂੰ ਹੋਇਆ ਇੰਦਰਾ ਗਾਂਧੀ ਤੋਂ ਬਾਅਦ, ਜਾਂ 1975 'ਚ ਐਮਰਜੈਂਸੀ ਲੱਗੀ ਸੀ, ਤੇ ਜਾਂ ਮੈਂ ਕਹਿ ਸਕਦਾ ਹੁਣ 2018 'ਚ ਕੈਪਟਨ ਅਮਰਿੰਦਰ ਸਿੰਘ ਨੇ ਐਮਰਜੈਂਸੀ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਆ ਫਰੀਦਕੋਟ ਦੀ ਰੈਲੀ ਸੀ ਤੇ ਜਾਖੜ ਕੀ ਕਹਿੰਦਾ ਸੀ, ਕਹਿੰਦਾ ਪਿੰਡਾਂ 'ਚ ਨਹੀਂ ਵੜਨ ਦੇਣਾ। ਅਸੀਂ ਪੰਚਕੋਸ਼ੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵੀਰ, ਪੰਚਕੋਸ਼ੀ ਜਾਖੜ ਦਾ ਪਿੰਡ ਹੈ, ਉੱਥੇ ਗਏ ਤੇ ਜਦੋਂ ਜਾ ਕੇ ਜਾਖੜ ਦਾ ਪੁੱਛਿਆ ਨਾ, ਤੇ ਜਾਖੜ ਲੱਭੇ ਤੇ ਨਹੀਂ ਲੱਭਦਾ ਸੀ। ਕਈ ਕਹਿੰਦੇ ਸੀ ਮੰਜੇ ਥੱਲੇ ਲੁਕਿਆ ਫਿਰਦਾ। ਸਾਰਾ ਵੇਖਣ ਤੋਂ ਬਾਅਦ ਪਤਾ ਲੱਗਿਆ ਪਿੰਡ ਛੱਡ ਕੇ ਉਧਰ ਭੱਜ ਗਿਆ ਸੀ। ਜੇ ਏਡੀ ਵੱਡੀ ਗੱਲ ਕਹਿਤੀ ਸੀ ਜਾਖੜ ਸਾਹਿਬ, ਐਡੀ ਵੱਡੀ ਫੜੀ ਮਾਰਤੀ ਸੀ, ਫਿਰ ਆਪਦੇ ਪਿੰਡ ਦਾ ਹਿੰਮਤ ਕਰਦੇ, ਉੱਥੇ ਆਪਦੇ ਪਿੰਡ ਦਾ ਰਹਿ ਕੇ ਵਿਖਾਉਂਦੇ। ਫਿਰ ਚੈਲੰਜ ਅਗਲਾ ਦੇਤਾ ਕਿ ਅਬੋਹਰ ਇਕੱਠ ਨਹੀਂ ਹੋਣਾ। ਮੇਰੇ ਵੀਰੋ, ਮੈਂ ਵਧਾਈ ਦਿੰਦਾ ਤੁਹਾਨੂੰ ਕਿ ਠਾਠਾ ਮਾਰਦਾ ਇਕੱਠ ਤੁਸੀਂ ਅਬੋਹਰ 'ਚ ਕੀਤਾ। ਤੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਇੱਕ ਨਵਾਂ ਪੰਥ ਤਿਆਰ ਕਰਤਾ ਹੈ ਇੰਦਰਾ ਗਾਂਧੀ ਦੀ ਕਾਂਗਰਸ ਨੇ। ਜਦੋਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੇ ਬਾਦਲ ਸਾਹਿਬ ਦੀਆਂ ਗੱਡੀਆਂ ਜਾਂਦੀਆਂ ਸਨ, ਅੱਜ ਜਿਵੇਂ ਰੇਲਿੰਗ ਜੀ ਲਾਈ ਆ ਨਾ, ਉਸ ਤਰ੍ਹਾਂ ਇੱਕ ਪੁਲ ਉੱਤੇ ਗੱਡੀਆਂ ਨੇ ਚੜ੍ਹਨਾ, ਰਾਹ ਹੀ ਇੱਕ ਸੀ। ਤੇ ਕੁਝ ਪੁਲਿਸ ਵਾਲੇ ਵੀਰ ਏਡੇ ਸਿਆਣੇ ਸੀ, ਕਿਉਂਕਿ ਉਹਨਾਂ ਦੀ ਵੀ ਮਜਬੂਰੀ ਆ, ਜੇ ਅਬੋਹਰ ਰਹਿਣਾ ਤੇ ਉਹ
ਫੋਟੋ ਕਰਾਉਣੀ ਬੜੀ ਜ਼ਰੂਰੀ ਸੀ। ਦੂਜੇ ਪਾਸੇ ਟ੍ਰੈਫਿਕ ਬੰਦ ਕਰਤਾ ਤੇ ਕੁਝ ਕਾਲੀਆਂ ਝੰਡੀਆਂ 'ਚ ਜਿਹੜੇ ਮੂਹਰਲੇ ਸਨ ਉਹ ਤਾਂ ਜ਼ਰੂਰ ਪੰਥਕ ਲੱਗਦੇ ਸਨ ਤੇ ਮਗਰਲੇ ਤਾਂ ਰੋਡੇ ਪੋਡੇ ਸੀ, ਜਿਹੜੇ ਧਿਆਨ ਨਾਲ ਵੇਖੋ ਤੇ ਝੰਡੀ ਵਿਖਾਉਂਦੇ ਸਨ ਇਸ ਤਰ੍ਹਾਂ ਜੋੜ ਦੀ। ਤੇ ਮੈਂ ਇੱਕ ਪੁਲਿਸ ਵਾਲਾ ਮੈਨੂੰ ਵੀ ਜਾਣਦਾ ਸੀਗਾ, ਮਾਝੇ 'ਚ ਹੁੰਦਾ ਸੀ, ਫਿਰ ਉੱਥੇ ਖੜਾ ਸੀ ਪੁੱਲ ਤੇ ਮੈਂ ਕਿਹਾ ਤੂੰ ਬੜੀ ਆ ਕੀ ਕੰਮ ਕਰਾਉਣਾ? ਕਹਿੰਦਾ ਜਨਾਬ ਮਜਬੂਰੀ ਹੈ, ਜੇ ਫੋਟੋ ਨਾ ਅੱਜ ਲਵਾਉਂਦੇ ਤੇ ਸਵੇਰੇ ਸਾਰੇ ਪੁਲਿਸ ਵਾਲੇ ਸਸਪੈਂਡ ਹੋ ਜਾਣੇ ਸਨ, ਕਿਉਂਕਿ ਜਾਖੜ ਦਾ ਹੁਕਮ ਸੀ ਕਿ ਵਿਰੋਧ ਕਰਦਿਆਂ ਦੀ ਫੋਟੋ ਜ਼ਰੂਰ ਲਵਾਉਣੀ। ਜਿਵੇਂ ਵਿਆਹ ਤੇ ਜਾਈਦਾ ਨਾ, 8-10 ਕੈਮਰੇ ਵਾਲੇ ਇਹੀ ਜਿਹੀ ਸਟੇਜ ਤੇ ਬੈਠੇ ਹੁੰਦੇ ਜਿਨ੍ਹਾਂ ਦਾ ਵਿਆਹ ਹੋ ਰਿਹਾ ਹੁੰਦਾ, ਉਹ ਤਾਂ ਉਸ ਦਿਨ ਤਾਂ ਬੜੇ ਖੁਸ਼ ਹੁੰਦੇ ਆ, ਮਗਰ ਬਾਅਦ 'ਚ ਕੰਮ ਔਖਾ ਹੀ ਹੈ। ਵਿਆਹ ਵਾਲਾ ਪੁਰਾਣੇ ਜ਼ਮਾਨੇ ਦੇ ਨਹੀਂ ਨਾ ਰਹੇ, ਨਵੇਂ ਵਿਆਹ ਤੇ ਬੜੇ ਔਖੇ ਨਿਭਦੇ ਆ। ਮੈਂ ਲਾਇਆ ਸਾਹ ਤੇ ਉਹ ਫੋਟੋ ਵਾਲੇ 20 ਕੈਮਰੇ ਲਾਈ ਖੜੇ ਹੁੰਦੇ, ਉਹ ਕਹਿੰਦੇ ਸਿੱਧਾ ਵੇਖੋ ਜੀ, ਸਿੱਧਾ ਵੇਖੋ। ਬੰਦਾ ਇਹਨੂੰ ਵੇਖ ਰਿਹਾ ਹੁੰਦਾ, ਇੱਧਰਲਾ ਆਵਾਜ਼ ਮਾਰਨੀ ਸ਼ੁਰੂ ਕਰਦਾ, ਸਿੱਧਾ ਵੇਖੋ ਜੀ, ਸਿੱਧਾ ਵੇਖੋ। ਮੈਂ ਮਹਿਸੂਸ ਕਰਦਾ ਹੁੰਦਾ ਕਿ ਏਡਾ ਵਿਆਹ ਤੇ ਜ਼ੋਰ ਨਹੀਂ ਲੱਗਿਆ ਹੁੰਦਾ ਜਿੰਨੀ ਫੋਟੋ ਖਿਚਾਉਣ 'ਚ ਜ਼ੋਰ ਲੱਗ ਜਾਂਦਾ ਬੰਦੇ ਦਾ। ਉਹ ਹਾਲਾਤ ਇਹਨਾਂ ਨੇ ਉਸ ਦਿਨ ਬਣਾਏ। ਫਿਰ ਵੇਖੋ ਐਡੀ ਘਬਰਾਹਟ ਕਿ ਫਰੀਦਕੋਟ ਰੈਲੀ ਤੇ ਬੈਨ ਹੀ ਲਾਤਾ ਕਿ ਉਹ ਰੈਲੀ ਹੋ ਨਹੀਂ ਸਕਦੀ। ਮੈਂ ਧੰਨਵਾਦੀ ਆ ਹਾਈ ਕੋਰਟ ਦਾ, ਜਿਹਨੇ ਛੁੱਟੀ ਵਾਲੇ ਦਿਨ 9 ਘੰਟੇ ਸੁਣਵਾਈ ਕਰਕੇ ਲੋਕਤੰਤਰ ਦਾ ਘਾਣ ਹੋਣ ਤੋਂ ਬਚਾਇਆ ਤੇ ਠਾਠਾ ਮਾਰਦਾ ਇਕੱਠ ਰਾਤ 9 ਵਜੇ ਆਰਡਰ ਆਇਆ ਤੇ ਸਵੇਰੇ 11 ਵਜੇ ਉੱਥੇ ਇਕੱਠ ਹੋ ਗਿਆ। ਲੋਕ ਐਡੀ ਵੱਡੀ ਗਿਣਤੀ 'ਚ ਆਏ ਕਿ ਕਾਂਗਰਸ ਵੀ ਬਾਂਦਲ ਗਏ ਕਿ ਜੇ ਹੁਣ ਨਾ ਕਾਗਜ਼ ਚੁਕਾਏ ਤੇ ਘਰੇ ਬਿਠਾ ਦੇਣਗੇ ਅਕਾਲੀ ਸਾਨੂੰ। ਉਹ ਕਹਿੰਦੇ ਜਦੋਂ ਦੇਸ਼ ਨੂੰ ਖੂਨ ਦੀ ਲੋੜ ਪੈ ਜੇ ਤੇ ਹਾਮੀ ਹੱਸ ਕੇ ਭਰੀ ਆ ਪੰਜਾਬੀਆਂ ਨੇ। ਜਦੋਂ ਜ਼ੁਲਮ ਦੀ ਨਦੀ ਵਿੱਚ ਕਾਕ ਆਏ ਛਾਲਾ ਮਾਰ ਕੇ ਤਰੀ ਹੈ ਪੰਜਾਬੀਆਂ ਨੇ। ਜਦ ਵੀ ਦੇਸ਼ ਨੂੰ ਜੇ ਚਾਰੇ ਪਾਸਿਓਂ ਆਈ ਕਿਤੇ ਗੋਲੀ, ਸਭ ਤੋਂ ਪਹਿਲਾਂ ਹਿੱਕ ਤੇ ਜਰੀ ਆ ਪੰਜਾਬੀਆਂ ਨੇ। ਤੇ ਮੇਰੇ ਵੀਰੋ, ਇਹ ਉਹ ਬਹਾਦਰ ਕਾਮ ਹੈ ਜਿਨੇ 80% ਕੁਰਬਾਨੀ ਦਿੱਤੀ ਹੈ, ਜਿਨ੍ਹਾਂ ਨੇ ਸਭ ਤੋਂ ਵੱਧ ਅਨਾਜ ਦੇ ਭੰਡਾਰ 'ਚ ਯੋਗਦਾਨ ਪਾਇਆ। ਤੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਤੇ ਨਾ ਕਿਤੇ ਮੈਨੂੰ ਲੱਗਦਾ ਇੰਦਰਾ ਗਾਂਧੀ ਦੇ ਦਰਸ਼ਨ ਹੋਣ ਲੱਗ ਪਏ ਸੀ ਕਿ ਉਹਨਾਂ ਨੂੰ ਦਬਾਉਣ ਦੀ ਅਕਾਲੀਆਂ ਨੂੰ ਕੋਸ਼ਿਸ਼ ਕਰਦੇ ਸੀ। ਤੇ ਭਰਾਵੋ, ਮੈਂ ਇਸ ਗੱਲ ਦਾ ਜਿੱਥੇ ਤੁਹਾਡਾ ਧੰਨਵਾਦੀ ਆ ਕਿ ਜਿਹੜਾ ਐਤਕੀ ਕਾਗਜ਼ ਭਰਨ ਜਾਂਦਾ ਸੀ ਨਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦਾ, ਉਹਨੂੰ ਇਹ ਨਹੀਂ ਪਤਾ ਸੀ ਕਿ ਮੈਂ ਸ਼ਾਮ ਨੂੰ ਘਰੇ ਮੁੜਾਂਗਾ ਕਿ ਨਹੀਂ ਮੁੜਾਂਗਾ। ਇਹ ਹਾਲਾਤ ਇਹ ਜਿਹੇ ਬਣੇ ਸਨ। ਮਗਰ ਫਿਰ ਜੋ ਹਿੰਮਤ ਤੇ ਜੋ ਜਜ਼ਬਾ ਤੁਸੀਂ ਲੋਕਤੰਤਰ ਨੂੰ ਬਚਾਉਣ ਲਈ ਵਿਖਾਇਆ, ਮੈਂ ਉਹਦੇ ਅੱਗੇ ਤੁਹਾਡੇ ਅੱਗੇ ਸੀਸ ਨਿਵਾਉਣਾ, ਨਤਮਸਤਕ ਹੋਣਾ, ਤੁਹਾਨੂੰ ਸਲਾਮ ਕਰਦਾ ਕਿ ਐਡੀ ਵੱਡੀ ਹਿੰਮਤ ਵਿਖਾ ਕੇ ਤੁਸੀਂ ਇਲੈਕਸ਼ਨ ਦੇ ਪ੍ਰੋਸੈਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਪਾਰਟੀ ਹੋਰ ਇੱਥੇ ਤੁਰੀ ਫਿਰਦੀ ਆ, ਉਹ ਤਾਂ ਬਾਰ-ਬਾਰ ਕਹਿਣਗੇ ਅਸੀਂ ਵਿਰੋਧੀ ਧਿਰ ਹਾਂ, ਅਸੀਂ ਵਿਰੋਧੀ ਧਿਰ ਹਾਂ। ਵੈਸੇ ਝਾੜੂ ਦੀ ਮਨਿਆਦ ਜ਼ਿਆਦਾ ਚਿਰ ਨਹੀਂ ਹੁੰਦੀ। ਇਹ ਐਵੇਂ ਕਈ ਫਸ ਗਏ ਸਾਡੇ ਵੀਰ ਭੋਲੇ ਵਾਲੇ। ਝਾੜੂ ਤਾਂ ਆ ਭੈਣਾਂ ਬੈਠੀਆਂ, ਕਿੰਨਾ ਚਿਰ ਕੱਢਦਾ ਜੀ ਝਾੜੂ? ਇੱਕ ਪਹਿਲਾਂ ਦਾ ਮਹੀਨਾ ਕਿ ਨਹੀਂ ਕੱਢਦਾ ਹੁੰਦਾ, ਤੀਲੇ ਹੋ ਜਾਂਦੇ ਕਿ ਨਹੀਂ? ਆ ਹੋਏ ਫਿਰਦੇ ਹੁਣ ਤੀਲੇ। ਇਹ ਤਾਂ ਝਾੜੂ ਸੀ ਵੀ ਬੜੇ ਹੋਰ ਕਿਸਮ ਦਾ। ਇਹ ਝਾੜੂ ਸੀ ਵੀ ਹੋਰ ਕਿਸਮ ਦਾ। ਚਲੋ ਇਹਦਾ ਮੈਂ ਤੁਹਾਨੂੰ ਹਲੇ ਅੱਗੇ ਜਾ ਕੇ ਦੱਸਦਾ, ਮਗਰ ਮੈਂ ਇੱਕ ਬੇਨਤੀ ਕਰੂੰਗਾ। ਆ ਰਿਜ਼ਲਟ ਆ ਗਏ, ਘਬਰਾਇਓ ਨਾ, ਕਿਉਂਕਿ ਜੇ ਵੋਟਾਂ ਪੈ ਜਾਂਦੀਆਂ ਤੇ ਮੇਰਾ ਇਹ ਮੰਨਣਾ ਕਿ ਵੱਡੀ ਜਿੱਤ ਸ਼੍ਰੋਮਣੀ ਅਕਾਲੀ ਦਲ ਦੀ ਤੇ ਭਾਰਤੀ ਜਨਤਾ ਪਾਰਟੀ ਦੀ ਹੋਣੀ ਸੀ। ਜੇ ਕਾਂਗਰਸ ਨੂੰ ਇੰਨਾ ਕੌਨਫੀਡੈਂਸ ਸੀ ਆਪਦੀ ਗੱਲ ਤੇ ਮੇਰੇ ਵੀਰੋ, ਕਾਗਜ਼ ਪਹਿਲਾਂ ਉਡਾਉਣ ਦੀ ਲੋੜ ਕਿਉਂ ਪੈ ਗਈ? ਹਲਕੇ ਸਾਡੇ ਤਰਨਤਾਰਨ ਦੇ 3 ਹਲਕੇ ਸੀ, ਪੱਟੀ, ਤਰਨਤਾਰਨ ਤੇ ਖੇਮਕਰਨ, ਜਿੱਥੇ ਇੱਕ ਬੰਦੇ ਨੂੰ ਵੀ ਆ ਕਾਗਜ਼ ਭਰ ਨਹੀਂ ਦਿੱਤਾ, ਪਹਿਲਾਂ ਹੀ ਕਾਗਜ਼ ਉਡਾ ਦਿੱਤੇ। ਕਈ ਡੇਰੇ ਬਾਬੇ ਨਾਨਕ 'ਚ ਵੀ ਹੋਇਆ, ਜਿੱਡੇ ਇਹ
ਇਹਨਾਂ ਦੇ ਕਹਿੰਦੇ ਕਹਾਉਂਦੇ ਵਜ਼ੀਰ ਸਨ, ਉਹਨਾਂ ਨੇ ਸਭ ਤੋਂ ਕਾਗਜ਼ ਉਡਾਏ ਪਹਿਲਾਂ। ਆ ਇੱਥੇ ਵੀ ਤੁਹਾਡੇ ਏਰੀਏ 'ਚ ਵੀ ਬੜੀ ਖਬਰ ਆਈ, ਆ ਮੋਗੇ 'ਚ ਵੀ ਆਈ, ਜੀਰੇ 'ਚ ਵੀ ਆਈ। ਕਹਿਣ ਦਾ ਭਾਵ ਕਿ ਜੇ ਕੰਮ ਕਹਿੰਦੇ ਹੋਣ ਅਮਲਾ ਤੇ ਨਿਬੇੜੇ, ਕਿਸੇ ਦਾ ਤੇਰੀ ਜ਼ਾਤ ਪੁੱਛਣੀ। ਜੇ ਕੰਮ ਚੰਗੇ ਹੁੰਦੇ ਤੇ ਕਾਗਜ਼ ਉਡਾਉਣ ਦੀ ਲੋੜ ਨਾ ਪੈਂਦੀ, ਹਿੰਮਤ ਨਾਲ ਇਲੈਕਸ਼ਨ ਲੜਦੇ। ਮਗਰ ਪਤਾ ਸੀ ਕੰਮ ਤਾਂ ਕੀਤਾ ਕੋਈ ਨਹੀਂ, ਗੱਪ ਨਾਲ ਗੱਡੀ ਚੱਲਣੀ ਕਿੰਨਾ ਚਿਰ ਸੀ, 1.5 ਸਾਲ ਤੱਕ ਪਾ ਲਿਆ ਝੂਠ ਮਾਰ ਮਾਰ। ਹੁਣ ਤਾਂ ਟੈਸਟ ਦੀ ਘੜੀ ਸੀ, ਲੋਕਾਂ ਨੇ ਵਿਸ਼ਵਾਸ ਨਹੀਂ ਕਰਨਾ ਸੀ ਤੇ ਕਾਗਜ਼ ਉਡਾਉਣੇ ਪੈ ਗਏ। ਕੋਈ ਏਡੀਸੀ ਸਾਹਿਬ ਸੀ, ਕੀ ਨਾਂ ਜੀ ਮੋਗੇ ਵਾਲਿਆਂ ਦਾ, ਗਰੇਵਾਲ ਸਾਹਿਬ ਹੀ ਸਨ, ਜਿਹਨੇ 3 ਐਮਐਲਏ ਦੇ ਖਿਲਾਫ ਲਿਖਤੀ ਦੇਤਾ ਕਿ ਮੈਨੂੰ ਇਹਨਾਂ ਦੀ ਜਾਨ ਤੋਂ, ਮੇਰੀ ਜਾਨ ਨੂੰ ਇਹਨਾਂ ਤੋਂ ਖਤਰਾ। ਇੱਕ ਮੋਗੇ ਵਾਲਾ ਐਮਐਲਏ, ਇੱਕ ਉਹ ਦੂਜਾ ਐਮਐਲਏ ਆ ਬਾਗੇ ਪੁਰਾਣੇ ਵਾਲਾ, ਉਹਦੀ ਤਾਂ ਗੱਲ ਸਮਝ ਨਹੀਂ ਆਉਂਦੀ, ਪਤਾ ਨਹੀਂ ਬੋਲਦਾ ਕੀ ਹੁੰਦਾ, ਫੁਰ ਕਰੀ ਜਾਂਦਾ ਹੁੰਦਾ ਸਾਰਾ ਦਿਨ। ਇੱਕ ਐਮਐਲਏ ਹੋਰ ਦੀ ਗੱਲ ਕਰਦੇ ਸਨ, ਮੈਨੂੰ ਲੱਗਦਾ ਬਾਗੇ ਉਹ ਦੂਜੇ ਧਰਮਕੋਟ ਵਾਲੇ ਦੀ, ਕਿ ਇਹ ਤਿੰਨਾਂ ਨੇ ਮੇਰੇ ਤੇ ਦਬਾਅ ਬਣਾਇਆ ਕਿ ਕਾਗਜ਼ ਰਿਜੈਕਟ ਕਰ, ਨਹੀਂ ਤਾਂ ਤੈਨੂੰ ਜੀਣ ਨਹੀਂ ਦੇਵਾਂਗੇ। ਹਾਲਾਤ ਤਾਂ ਇਹ ਜਿਹੇ ਬਣ ਗਏ ਸਨ। ਫਿਰ ਜਿਨ੍ਹਾਂ ਦੇ ਕਾਗਜ਼ ਬਚੇ, ਭਰਾਵੋ ਇਲੈਕਸ਼ਨ ਤਾਂ ਵਾਕਈ ਮੈਂ ਇਹ ਜੀ ਖਤਰਨਾਕ ਇਲੈਕਸ਼ਨ ਨਹੀਂ ਵੇਖੀ। ਕਹਿੰਦੇ ਸੀ ਜੀ 50% ਧੀਆਂ ਭੈਣਾਂ ਨੂੰ ਰਿਜ਼ਰਵੇਸ਼ਨ ਦੇ ਦਿੱਤੀ ਹੈ, ਕਹਿੰਦੇ ਸੀ ਨਹੀਂ ਕਹਿੰਦੇ ਸੀ ਕਾਂਗਰਸੀ। ਤੇ ਜਦੋਂ ਜਿੱਥੇ ਕਾਗਜ਼ ਭਰਨ ਜਾਣਾ ਸੀ, ਉੱਥੇ ਬਾਹਰ ਫੋਰਸ ਇੰਨੀ ਲਾਈ ਹੁੰਦੀ ਸੀ, ਛਾਉਣੀ ਬਣਾਈ ਹੋਈ ਸੀ। ਤੇ ਅਖਬਾਰ ਵਾਲੇ ਵੀਰ ਵੀ ਗੁੱਸਾ ਨਾ ਕਰਦੇ, ਤੁਹਾਡਾ ਵੀ ਐਤਕੀ ਉਹਨਾਂ ਨੇ ਤੁਹਾਨੂੰ ਵੀ ਗੁੰਮਰਾਹ ਕਰਤਾ। ਅਖਬਾਰ ਵਾਲੇ ਵੀਰ ਐ ਸਮਝਦੇ ਸੀ ਕਿ ਸ਼ਕਤੀ ਬੜੀ ਹੈ, ਕਿ ਚਿੜੀ ਨਹੀਂ ਫੜਕਣ ਦੇਣ ਦੇ, ਇਹ ਬਿਲਕੁਲ ਨੇੜੇ ਤੇੜੇ। ਤੇ ਜਿਹੜਾ ਕਾਗਜ਼ ਅੰਦਰ ਭਰਨ ਜਾਂਦਾ ਸੀ ਨਾ, ਉਹ ਜਾਣਦਾ ਸੀ, ਜਾਂ ਉਹ ਜਾਣਦਾ ਸੀ ਜਾਂ ਉਹਦਾ ਰੱਬ ਜਾਣਦਾ ਸੀ ਕਿ ਅੰਦਰ ਹੁੰਦੀ ਕੀ ਸੀ। ਉਹ ਵਿਚਾਰੀਆਂ ਧੀਆਂ ਭੈਣਾਂ ਜਿਨ੍ਹਾਂ ਨੇ ਪਹਿਲੀ ਵਾਰੀ ਇਲੈਕਸ਼ਨ ਲੜੀ ਆ, ਜੇ ਘਰ ਵਾਲਾ ਵੀ ਜਾਣ ਜਾਂਦਾ ਸੀ, ਉਹ ਪੁਲਿਸ ਕਹਿੰਦੇ ਸਰ ਜੀ ਤੁਸੀਂ ਕੈਂਡੀਡੇਟ ਹੋ? ਉਹ ਕਹਿੰਦੀ ਨਹੀਂ ਕੈਂਡੀਡੇਟ ਤਾਂ ਮੈਂ, ਫਿਰ ਇਹਨੂੰ ਬਾਹਰ ਕਰ ਦਿਓ। ਉਹ ਕੱਲੀ ਜਾਂਦੀ ਸੀ, ਅੱਗੇ ਪੌੜੀਆਂ ਤੇ 100 ਕਾਂਗਰਸ ਦਾ ਗੁੰਡਾ ਬੈਠਿਆ ਹੁੰਦਾ ਸੀ। ਤੇ ਬੀਬੀ ਨੂੰ ਕਹਿੰਦੇ ਬੀਬੀ ਤੂੰ ਕੀ ਕਰਨ ਆਈ ਹੈ? ਉਹ ਵਿਚਾਰੀ ਨੇ ਕੀ ਕਹਿਣਾ, ਜਿਹਨੇ ਪਹਿਲੀ ਵਾਰ ਇਲੈਕਸ਼ਨ ਲੜੀ। ਉਹ ਕਹਿੰਦੀ ਜੀ ਮੈਂ ਕਾਗਜ਼ ਭਰਾਉਣਾ ਹੀ। ਹਾਂ ਕਿਹੜਾ ਤੇਰਾ ਜ਼ੋਨ? ਉਹ ਕਹਿੰਦੀ ਜੀ ਮੇਰਾ ਜ਼ੋਨ ਡੇਲੋ ਜ਼ੋਨ ਹੈ, ਆ ਕਾਗਜ਼ ਵਿਖਾ। ਜਦੋਂ ਕਾਗਜ਼ ਵਿਖਾਉਂਦੀ ਸੀ ਉਦੋਂ ਹੀ ਪਤਾ ਲੱਗਦਾ ਸੀ ਕਾਗਜ਼ ਪਾੜੇ ਤੇ ਕਾਂਗਰਸੀ ਪਾਰ ਗਿਆ। ਉਹ ਵਿਚਾਰੀ ਖਲੋਤੀ ਰਹਿ ਗਈ ਸੀ, ਦਿਨ ਅਖੀਰਲਾ ਸੀ। ਕਈਆਂ ਨੂੰ ਉਸ ਤਰ੍ਹਾਂ ਗੁੰਮਰਾਹ ਕਰਤਾ। ਜੇ ਉਸ ਹਾਲਾਤ ਚੋਂ ਵੀ ਕੋਈ ਬਚ ਕੇ ਆ ਗਿਆ, ਇਲੈਕਸ਼ਨ 'ਚ ਖਲੋ ਗਿਆ, ਆ ਮੇਰੇ ਹਲਕੇ 'ਚ ਹੈ, ਉਹਨਾਂ ਤੇ ਮੇਰੇ ਖਾਸ ਬੰਦਿਆਂ ਤੇ SC ਐਕਟ, ਸ਼ਡਿਊਲ ਟ੍ਰਾਈਬ ਐਕਟ, ਫਿਰ ਉੱਤੋਂ 326, 452, ਕੋਈ 307, ਕੋਈ ਧਾਰਾ ਇਹ ਜੀ ਨਹੀਂ ਛੱਡੀ। ਜਿਹਨਾਂ ਦੇ ਕਾਗਜ਼ ਬਚ ਗਏ ਸੀ, ਫਿਰ ਉਹਨਾਂ ਦਾਲੇ ਦੁਆਲੇ ਉਹ ਧਾਰਾਵਾਂ ਲਾਤੀਆਂ ਕਿ ਇਹ ਵੋਟਾਂ ਮੰਗਣ ਹੀ ਨਾ ਜਾਣ, ਹਲਕੇ 'ਚ ਨਾ ਫਿਰਨ। ਮੈਂ ਗੱਲ ਠੀਕ ਕਹਿ ਰਿਹਾ ਕਿ ਗਲਤ ਕਹਿ ਰਿਹਾ? ਹਾਲਾਤ ਇਹ ਜੇ ਬਣੇ ਕਿ ਨਹੀਂ ਬਣੇ? ਤੇ ਜੇ ਉਹ ਹਾਲਾਤਾਂ ਤੋਂ ਵੀ ਕੋਈ ਬਚ ਗਿਆ, ਫਿਰ ਜਿਸ ਦਿਨ ਗਿਣਤੀ ਹੁੰਦੀ ਸੀ, ਰਹਿੰਦੀ ਖੁੰਦੀ ਕਸਰ ਉਧਰ ਕੱਢਤੀ। ਜੇ ਕੋਈ 10-20 ਤੇ ਅਕਾਲੀ ਜਿੱਤਦਾ ਸੀ ਨਾ, ਇਹ ਕਿਹੜਾ ਵੋਟਾਂ 20-40 ਹਜ਼ਾਰ ਪੈ ਰਹੀ ਸੀ, ਕਿਸੇ ਨੇ 3-3 ਤੇ ਜਿੱਤਣਾ ਸੀ ਜਾਂ 5,000 ਤੇ ਜਿੱਤਣਾ ਸੀ। ਜਿੱਤ ਤਾਂ ਹਾਰ 100 ਦੇ ਅੰਦਰ ਹੀ ਹੋਣੀ ਸੀ। ਉਹ ਜੇ ਅਕਾਲੀ ਜਿੱਤ ਜਾਂਦਾ ਸੀ, ਉਹਦੀ ਤੇਰੀ ਦੁਬਾਰ ਤੋਂ ਗਿਣਤੀ ਕਰਾ। ਜਦ ਤੱਕ ਉਹ 100 ਤੇ ਹਰਾ ਨਹੀਂ ਦਿੰਦੇ ਸੀ ਉਹਨੂੰ, ਉਦੋਂ ਤੱਕ ਗਿਣਤੀ ਨਹੀਂ ਪਿਓ ਦੀ ਪੁੱਤ ਮੁੱਕਦੀ ਸੀ। ਤਦ ਤੱਕ ਪੰਜੇ ਵਾਲਾ ਨਿਕਲ ਨਾ ਜਾਵੇ। ਮੈਂ ਸਲਾਮ ਕਰਦਾ ਤੁਹਾਨੂੰ, ਇੱਕ ਵਰਕਰ ਨੂੰ ਕਰਦਾ, ਸਾਰੇ ਪੰਜਾਬ 'ਚ ਇੱਕ ਉਸ ਕੈਂਡੀਡੇਟ ਨੂੰ ਕਰਦਾ ਜਿਹੜੀ ਏਡੀ ਆਂਦੀ ਅੰਧੇਰੀ ਵਗਦੀ ਸੀ, ਮਗਰ ਫੇਰ ਵੀ ਤੁਸੀਂ ਛਾਤੀ ਢਾ ਕੇ ਖਲੋਤੇ ਤੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਲੜਦੇ ਰਹੇ। ਤਾਂ ਮੈਂ ਜ਼ਰੂਰ ਅੱਜ ਸਰਕਾਰ ਕੋਲੋਂ ਇਹ ਸਿਫਾਰਿਸ਼ ਕਰਦਾ ਕਿ ਐਡੇ ਵੱਡੇ ਪੱਧਰ ਤੇ ਮੀਂਹ ਕਣੀ ਆਈ ਹੈ, ਕਿਸਾਨੀ ਦਾ ਬਹੁਤ ਵੱਡਾ ਨੁਕਸਾਨ ਹੋਇਆ। ਇਮੀਡੀਏਟਲੀ ਤੁਸੀਂ ਇਹਦੀ ਗਿਰਦਾਵਰੀ, ਇਮੀਡੀਏਟਲੀ ਇੱਕ ਸਰਵੇ ਹੋਵੇ ਤੇ ਇਮੀਡੀਏਟਲੀ ਜਿਨ੍ਹਾਂ ਕਿਸਾਨਾਂ ਦਾ, ਮਜ਼ਦੂਰਾਂ ਦਾ, ਖੇਤ ਮਜ਼ਦੂਰਾਂ ਦਾ ਨੁਕਸਾਨ ਹੋਇਆ,
ਉਹਨੂੰ ਪਰ ਕਿੱਲੇ ਵਾਈਜ਼ ਵੱਡੇ ਪੱਧਰ ਤੇ 50-50 ਹਜ਼ਾਰ ਤੱਕ ਦੀ ਕੰਪਨਸੇਸ਼ਨ ਉਹਨਾਂ ਨੂੰ ਦੇਣੀ ਸ਼ੁਰੂ ਕੀਤੀ ਜਾਵੇ, ਭਾਵੇਂ ਉਹ ਕੋਈ ਉੱਥੇ ਨਰਮੇ ਦੀ ਖੇਤੀ ਕਰਦਾ ਸੀ ਜਾਂ ਕੋਈ ਹੋਰ ਖੇਤੀ ਜਿਹੜੀ ਮਰਜ਼ੀ ਫਸਲ ਦੀ ਖੇਤੀ ਕਰਦਾ ਹੋਵੇ, ਜਿਹਦਾ ਪਾਣੀ ਨਾਲ ਇਹਦੇ ਮੀਂਹ ਨਾਲ ਨੁਕਸਾਨ ਹੋਇਆ, ਹਨੇਰੀ ਚੱਲੇ ਦਾ ਨੁਕਸਾਨ ਹੋਇਆ, ਉਹਦੀ ਭਰਪਾਈ ਕਰਨੀ ਮੌਜੂਦਾ ਸਰਕਾਰ ਕੋਲ ਅੱਗੇ ਮੇਰੀ ਮੰਗ ਹੈ। ਫਿਰ ਮੈਂ ਉਹ ਜਿਹੜੇ ਕੰਟਰੈਕਚੁਅਲ EMPLOYEES ਜਿਹੜੇ 28,000 ਦੀ ਗਿਣਤੀ ਸੀ, ਉਹਨਾਂ ਦਾ ਇੱਕ ਖਾਸ ਸੈਸ਼ਨ ਬੁਲਾ ਕੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਉਹਨਾਂ ਨੂੰ ਪੱਕੇ ਕਰਤਾ ਸੀ, ਮਗਰ ਮੌਜੂਦਾ ਸਰਕਾਰ ਨੇ ਉਹਨਾਂ ਦਾ ਗਲਾ ਘੁੱਟਣ ਦਾ ਕੰਮ ਕੀਤਾ। ਅੱਜ ਵੱਡੇ ਪੱਧਰ ਤੇ ਉਹ ਧਰਨਾ ਲਈ ਬੈਠੇ ਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂ ਵਿਸ਼ਵਾਸ ਦਿਵਾਉਣਾ ਕਿ ਜ਼ਿਲ੍ਹੇਵਾਰ ਆਪਦੇ ਲੀਡਰਾਂ ਨੂੰ, ਵਰਕਰਾਂ ਨੂੰ ਬੇਨਤੀ ਕਰਦਾ ਕਿ ਤਗੜੇ ਹੋ ਕੇ ਉਹਨਾਂ ਦਾ ਸਾਥ ਦਿਓ। ਜਿੱਥੇ ਉਹਨਾਂ ਦਾ ਧਰਨਾ, ਉਹਨਾਂ ਦੇ ਨਾਲ ਜਾ ਕੇ ਉਹਨਾਂ ਦੀ ਬਾਹ ਫੜੋ ਕਿ ਸਰਕਾਰ ਦੇ ਜੋ ਬਾਦਲ ਸਾਹਿਬ ਨੇ ਫੈਸਲਾ ਕੀਤਾ ਸੀ ਵਿਧਾਨ ਸਭਾ 'ਚ ਲਿਆ ਕੇ ਉਹ ਸੈਸ਼ਨ ਬੁਲਾਇਆ ਸੀ, ਉਹਨਾਂ ਨੂੰ ਤੁਰੰਤ ਪੱਕੇ ਕਰਕੇ ਉਹਨਾਂ ਦੀ ਜੋ ਬਣਦੀ ਤਨਖਾਹਾਂ ਨੇ ਉਹਨਾਂ ਨੂੰ ਦਿੱਤੀਆਂ ਜਾਣੀ ਚਾਹੀਦੀਆਂ। ਆ ਥੋੜਾ ਜਿਹਾ ਜ਼ਿਕਰ ਕਰਕੇ ਗਏ ਆ ਆਪਣੇ ਸਰਦਾਰ ਸ਼ਰਨਜੀਤ ਸਿੰਘ ਜੀ ਢਿੱਲੋਂ ਸਾਹਿਬ। ਕਿਸਾਨੀ ਨਾਲ ਸਭ ਤੋਂ ਵੱਡੀ ਠੱਗੀ, ਅੱਜ ਵੀ ਮੈਂ ਆਉਂਦਾ ਕਿ ਵੀਡੀਓ ਵੇਖ ਰਿਹਾ ਸਾਂ ਕੈਪਟਨ ਅਮਰਿੰਦਰ ਸਿੰਘ ਦੀ, ਕਹਿੰਦਾ ਸੀ 90,000 ਕਰੋੜ ਦਾ ਕਰਜ਼ ਹੈ ਜਿਹੜਾ ਕਿਸਾਨੀ ਤੇ। ਅੱਜ 700 ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਗਿਆ ਤੇ ਮੇਰੇ ਵੀਰੋ, ਉਸ ਖੁਦਕੁਸ਼ੀ ਕਰਨ ਵਾਲੇ ਕਿਸਾਨ ਨੂੰ ਇੱਕ ਨੌਕਰੀ ਨਹੀਂ ਮਿਲੀ, ਉਹਦਾ ਕਰਜ਼ਾ ਮਾਫ ਨਹੀਂ ਹੋਇਆ। ਤੇ ਤੁਸੀਂ ਹੈਰਾਨ ਹੋਵੋਗੇ ਕਿਸਾਨੀ ਦੇ ਸਿਰ ਤੇ ਕਿੰਨੇ ਟੈਕਸ ਲਾ ਕੇ ਪੈਸੇ ਇਕੱਠੇ ਕਰਕੇ ਕਦੇ ਅੰਦਾਜ਼ਾ ਲਾਇਆ। ਅੱਜ ਮੈਂ ਖਜ਼ਾਨੇ ਦੇ ਆਲਾ ਅਫਸਰ ਨੂੰ ਫੋਨ ਕੀਤਾ, ਪਿਛਲੇ ਸਾਲ 1 ਸਾਲ ਦੇ ਅੰਦਰ ਅੰਦਰ 20,000 ਕਰੋੜ ਰੁਪਈਆ ਇਹ ਸਰਕਾਰ ਨੇ ਵੱਖ-ਵੱਖ ਖੇਤੀ ਨਾਲ ਸੰਬੰਧਿਤ ਲੋਕੀ ਜਿਹੜੀ ਖੇਤੀ ਕਰਦੇ ਆ ਉਹਨਾਂ ਨਾਲ ਸੰਬੰਧਿਤ ਲੋਕਾਂ ਤੇ ਟੈਕਸ ਲਾ ਕੇ 20,000 ਇਕੱਠਾ ਕਰ ਲਿਆ ਤੇ ਮਾਫੀ ਕੀ ਦਿੱਤੀ, 700-800 ਕਰੋੜ ਦੀ ਮਾਫੀ। ਤੇ ਤੁਹਾਡੇ ਸਿਰ ਇਕੱਠਾ ਕਿਵੇਂ ਕਰ ਲਿਆ 20,000 ਕਰੋੜ। ਮਾਰਕੀਟ ਵੀ, ਰੂਰਲ ਡਿਵੈਲਪਮੈਂਟ ਫੰਡ ਵੀ 3,000 ਕਰੋੜ ਜਿੱਥੇ ਇਤੋਂ ਕਰ ਲਿਆ। ਆ ਡੀਜ਼ਲ ਤੇ ਪੈਟਰੋਲ ਦੀ ਮਾੜੀ ਜੀ ਗੱਲ ਕਰਕੇ ਰਹੇ ਆ, ਬਿਲਕੁਲ ਗੱਲ ਮੈਂ ਕਰਦਾ ਸਾਫ਼ ਕਿ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਘਟਣੀਆਂ ਚਾਹੀਦੀਆਂ। ਅਸੀਂ ਵੀ ਸੈਂਟਰ ਕੋਲ ਮੰਗ ਲੈ ਕੇ ਜਾਵਾਂਗੇ, ਮਗਰ ਮੇਰੇ ਵੀਰੋ ਕੱਲੇ ਸੈਂਟਰ ਦੇ ਕੰਮ ਨਾਲ ਮਸਲਾ ਹੱਲ ਨਹੀਂ ਹੋਣਾ, ਕਿਉਂਕਿ ਤੁਸੀਂ ਹੈਰਾਨ ਹੋ ਜਾਓਗੇ ਕਿ 6,000 ਤੋਂ 7,000 ਕਰੋੜ ਸਾਲਾਨਾ ਟੈਕਸ ਦੇ ਰੂਪ 'ਚ ਡੀਜ਼ਲ ਤੇ ਪੈਟਰੋਲ 'ਚੋਂ ਸੂਬੇ ਦੀ ਸਰਕਾਰ ਇਕੱਠਾ ਕਰਦੀ ਆ। ਕਹਿਣ ਦਾ ਭਾਵ ਕਿ ਜਦੋਂ ਰੇਟ ਵੱਧਦੇ ਆ ਤੇ ਇਹ ਵੀ ਵਧੇ ਰੇਟਾਂ 'ਚ ਇਹਨਾਂ ਨੂੰ ਟੈਕਸ ਵੱਧ ਜਾਂਦੇ ਆ, ਇਹਨਾਂ ਦੀ ਖਜ਼ਾਨੇ ਦੀ ਭਰਪਾਈ ਵੱਧ ਹੋਣੀ ਸ਼ੁਰੂ ਹੋ ਜਾਂਦੀ ਹੈ। ਜੇ ਚਾਹੁਣ ਤੇ 30 ਰੁਪਏ ਪੈਟਰੋਲ ਦੇ ਤੇ 20 ਰੁਪਏ 22 ਰੁਪਏ ਡੀਜ਼ਲ ਦੇ ਸੂਬੇ ਦੀ ਸਰਕਾਰ ਸਵੇਰੇ ਘਟਾ ਸਕਦੀ ਹੈ, ਜਿਹੜੇ ਟੈਕਸਾਂ ਦੇ ਰੂਪ 'ਚ ਇਕੱਠਾ ਕਰ ਰਹੇ। ਇਸ ਲਈ ਮੰਗ ਕਰਦਾ ਕਿ ਅੱਜ ਸ਼ਾਮ ਨੂੰ ਜਾਂ ਕੱਲ ਸਵੇਰੇ ਤੱਕ ਜਿਹੜੀ ਕੈਬਨਿਟ ਇਹਨਾਂ ਨੇ ਸੱਦਣੀ ਹੈ ਉਹ ਸੱਦ ਕੇ ਇਹ ਦੂਜੇ ਸੂਬਿਆਂ ਵਾਂਗ ਜਿਵੇਂ ਸਭ ਤੋਂ ਵੱਧ ਟੈਕਸ ਇਹ ਲਾ ਰਹੇ ਆ, ਆਪਦੇ ਟੈਕਸ ਨੂੰ ਅੱਧਾ ਕਰਦੇ ਹੋਏ ਲੋਕਾਂ ਨੂੰ ਉਹ ਫਾਇਦਾ ਪਹੁੰਚਾਉਣ ਦੀ ਗੱਲ ਕਰਨ। ਜੇ ਸਹਿਮਤ ਹੋ ਤਾਂ ਜਕਾਰਾ ਛੱਡ ਦਿਓ, ਜੇ ਨਹੀਂ ਸਹਿਮਤ ਹੈ ਤਾਂ ਫਿਰ ਠੀਕ ਹੀ ਠੀਕ ਹੈ।